प्यारे विद्यार्थियों, सारिਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਆਪਾਂ ਪਿਛਲੀ ਕਲਾਸ ਵਿੱਚ ਵੇਖਿਆ ਪੰਜਾਬੀ ਕਵਿਤਾ ਦੇ ਤੱਤ, ਪਰਿਭਾਸ਼ਾ ਅਤੇ ਅਰਥਾਂ ਬਾਰੇ ਜਾਣਕਾਰੀ ਲਈ। ਸਾਡੀ ਪ੍ਰੀਖਿਆ ਦੇ ਵਿੱਚ ਸਾਹਿਤ ਦੇ ਰੂਪ ਵਿੱਚੋਂ ਇੱਕ ਪ੍ਰਸ਼ਨ ਆਉਣਾ ਹੈ 5 ਜਾਂ 6 ਨੰਬਰ ਦਾ। ਉਹਦੇ ਵਿੱਚੋਂ ਸਾਡੇ ਕੋਲੋਂ ਇਹ ਪੁੱਛ ਸਕਦੇ ਹੈ ਕਿ ਕਵਿਤਾ ਦੇ ਅਰਥ ਅਤੇ ਪਰਿਭਾਸ਼ਾ ਤੇ ਤੱਤਾਂ ਦੀ ਜਾਣਕਾਰੀ ਦਿਓ, ਜਾਂ ਸਾਡੇ ਤੋਂ ਇਹ ਪੁੱਛ ਸਕਦੇ ਹੈ ਨਾਟਕ ਦੀ ਪਰਿਭਾਸ਼ਾ, ਅਰਥ ਅਤੇ ਨਾਟਕ ਦੇ ਤੱਤਾਂ ਬਾਰੇ ਜਾਣਕਾਰੀ ਦਿਓ। ਠੀਕ ਹੈ, ਨਿੱਕੀ ਕਹਾਣੀ ਬਾਰੇ ਵੀ ਸਾਡੇ ਕੋਲ ਪ੍ਰਸ਼ਨ ਆ ਸਕਦਾ ਹੈ। ਤਾਂ ਤੁਸੀਂ ਤਿਆਰ ਰਹਿਣਾ ਹੈ। ਸਾਡੀ ਜਿਹੜੀ ਪਾਠ ਪੁਸਤਕ ਹੈ ਪੰਜਾਬੀ ਸਾਹਿਤ ਦਰਪਣ ਭਾਗ ਦੂਜਾ, ਉਹਦੇ ਵਿੱਚੋਂ ਕੋਈ ਵੀ ਸਾਡਾ ਜਿਹੜਾ ਵਿਸ਼ਾ ਹੈ ਅਸੀਂ ਉਹਨੂੰ ਛੱਡਣਾ ਨਹੀਂ ਗਾ, ਵਧੀਆ ਤਿਆਰੀ ਕਰਨੀ ਹੈ। ਕਿਉਂਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਹੈ ਉਹਨਾਂ ਦਾ ਇੱਕ ਤੱਤ ਹੁੰਦਾ ਸੀ, ਇੱਕ ਉਹਨਾਂ ਦਾ ਕਹਿਣਾ ਹੁੰਦਾ ਸੀਗਾ ਵੀ ਜੇ ਆਪਾਂ ਗਿੱਦੜ ਦਾ ਸ਼ਿਕਾਰ ਕਰਨਾ ਹੋਵੇ ਤਾਂ ਸਾਨੂੰ ਸ਼ੇਰ ਦੇ ਸ਼ਿਕਾਰ ਦੀ ਤਿਆਰੀ ਕਰਨੀ ਚਾਹੀਦੀ ਹੈ। ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਜੇ ਅਸੀਂ ਸ਼ਿਕਾਰ ਕਰਨ ਜਾਈਏ ਗਿੱਦੜ ਦਾ ਤੇ ਅੱਗੇ ਮਿਲ ਜੇ ਸ਼ੇਰ, ਫਿਰ ਅਸੀਂ ਕੀ ਕਰਾਂਗੇ? ਠੀਕ ਹੈ, ਇਸ ਲਈ ਸਾਨੂੰ ਪ੍ਰੀਖਿਆ ਦੀ ਜਿਹੜੀ ਤਿਆਰੀ ਹੈ ਉਹ ਉੱਚ ਪੱਧਰ ਦੀ ਕਰਨੀ ਚਾਹੀਦੀ ਹੈ। ਕਿਉਂਕਿ ਹੋ ਸਕਦਾ ਉੱਥੇ ਜਿਹੜੇ ਪ੍ਰਸ਼ਨ ਹੈ, ਸਾਡੀ ਜਿਹੜੀ ਦਿਮਾਗ ਦੀ ਉਪਜ ਹੈ, ਅਸੀਂ ਕਹਿੰਦੇ ਹਾਂ ਬਿਲਕੁਲ ਸੁਖਾਲਾ ਜਿਹਾ ਪੇਪਰ ਆ ਜਾਊਗਾ। ਹੋ ਸਕਦਾ ਉੱਥੇ ਜਿਹੜਾ ਪੇਪਰ ਦਾ ਜਿਹੜਾ ਸਤਰ ਹੈ ਥੋੜ੍ਹਾ ਜਿਹਾ ਔਖਾ ਆ ਜੇ, ਫਿਰ ਅਸੀਂ ਕੀ ਕਰਾਂਗੇ? ਇਸ ਲਈ ਸਾਨੂੰ ਹੁਣ ਸਾਡਾ ਜਿਹੜਾ ਪੂਰਾ ਧਿਆਨ ਹੈ ਇਕਾਗਰ ਕਰਕੇ ਸਾਨੂੰ ਪ੍ਰੀਖਿਆ 'ਤੇ ਲਾਉਣਾ ਚਾਹੀਦਾ ਹੈ। ਠੀਕ ਹੈ, ਤਾਂ ਕਿ ਸਾਡੇ ਜਿਹੜੇ ਆ 1 ਮਹੀਨੇ ਦੇ ਵਿੱਚ ਸਾਡੀ ਪ੍ਰੀਖਿਆ ਖਤਮ ਵੀ ਹੋ ਜਾਣੀ ਹੈ। ਠੀਕ ਹੈ, ਵੀ ਇਸ ਤਰੀਕੇ ਨਾਲ ਤਿਆਰੀ ਕਰੋ ਕਿ ਤੁਹਾਡੇ ਚੰਗੇ ਤੋਂ ਚੰਗੇ ਨੰਬਰ ਉਹਦੇ ਵਿੱਚ ਕਿਵੇਂ ਆਉਣ। ਤਿਆਰੀ ਕਰਨ ਦੇ ਵਿੱਚ ਤੁਹਾਡੇ ਮਾਤਾ ਪਿਤਾ ਦਾ ਵੀ ਬਹੁਤ ਵੱਡਾ ਸਾਥ ਹੋਊਗਾ, ਤੁਹਾਡੇ ਭੈਣ ਭਰਾਵਾਂ ਦਾ ਬਹੁਤ ਵੱਡਾ ਸਾਥ ਹੋਊਗਾ। ਤੁਸੀਂ ਇੱਕ ਵਾਰੀ ਹੁਣ ਜਿਹੜੇ ਤੁਹਾਡੇ ਮੋਬਾਈਲ ਹੈ ਜਾਂ TV ਹੈ ਇਹਨੂੰ ਦੇਖਣਾ ਬੰਦ ਕਰ ਦਿਓ ਇੱਕ ਵਾਰੀ। ਹੁਣ ਤੁਸੀਂ ਕਹੋਗੇ ਵੀ ਜੇ ਕਲਾਸ ਪੂਰੀ ਤੁਸੀਂ ਕਿਉਂ ਬਣਾਉਣੇ ਹੋ ਜੇ ਮੋਬਾਈਲ ਅਸੀਂ ਦੇਖਣ ਤੋਂ ਤੁਹਾਨੂੰ ਵਰਜ ਰਹੇ ਹੋ ਤਾਂ? ਠੀਕ ਹੈ, ਮੋਬਾਈਲ ਤੇ ਕਲਾਸ ਜਿਹੜੀ ਹੈ ਤੁਹਾਨੂੰ ਸੇਧ ਦੇ ਸਕਦੀ ਹੈ ਇਹ। ਠੀਕ ਹੈ, ਤੁਹਾਨੂੰ ਪੂਰਾ ਪ੍ਰੋਪਰ ਕਾਮਯਾਬ ਨਹੀਂ ਕਰ ਸਕਦੀ। ਠੀਕ ਹੈ, ਤੁਹਾਨੂੰ ਕਹਿ ਸਕਦਾ ਵੀ ਇਸ ਤਰੀਕੇ ਨਾਲ ਤੁਸੀਂ ਕਰ ਲਓ ਇਹ। ਠੀਕ ਹੈ, ਤੁਸੀਂ ਪੜ੍ਹਨਾ ਤੁਹਾਨੂੰ ਕਿਤਾਬ 'ਚੋਂ ਹੀ ਪੈਣਾ ਹੈ। ਇਸ ਲਈ ਤੇ ਤੁਹਾਨੂੰ ਮੈਂ ਜਿਹੜਾ ਅੱਜ ਆਪਾਂ ਕਰਦੇ ਹਾਂ ਨਾਟਕ ਬਾਰੇ ਜਾਣਕਾਰੀ ਲਿਆਵਾਂਗੇ ਵੀ ਸਾਹਿਤ ਦੇ ਰੂਪ ਵਿੱਚੋਂ ਸਾਡੇ ਕੋਲੋਂ ਜਿਹੜਾ ਪ੍ਰਸ਼ਨ ਆਉਣਾ ਹੈ ਤੁਹਾਨੂੰ ਪ੍ਰੀਖਿਆ ਦੇ ਵਿੱਚ, ਉਹਨਾਂ 3 ਜਿਹੜੇ ਵਿਸ਼ਾ ਆ ਸਕਦੇ ਹੈ ਵੀ ਪੰਜਾਬੀ ਕਵਿਤਾ ਦੀ ਪਰਿਭਾਸ਼ਾ, ਅਰਥ ਅਤੇ ਤੱਤਾਂ ਬਾਰੇ ਜਾਣਕਾਰੀ ਦਿਓ। ਠੀਕ ਹੈ, ਇਹ ਵੀ ਪ੍ਰਸ਼ਨ ਆ ਸਕਦਾ ਹੈ ਪੰਜਾਬੀ ਨਾਟਕ ਦੇ ਅਰਥ, ਪਰਿਭਾਸ਼ਾ ਅਤੇ ਇਸ ਦੇ ਨਾਟਕ ਦੇ ਤੱਤ ਕਿਹੜੇ ਕਿਹੜੇ ਹੁੰਦੇ ਹਨ, ਨਿੱਕੀ ਕਹਾਣੀ ਦੇ ਤੱਤ ਕਿਹੜੇ ਕਿਹੜੇ ਹੁੰਦੇ ਹਨ, ਇਹ ਵੀ ਸਾਡੇ ਪ੍ਰੀਖਿਆ ਵਿੱਚ ਆ ਸਕਦਾ ਹੈ। ਠੀਕ ਹੈ, ਇਸ ਲਈ ਅਸੀਂ ਹਰ ਪੱਖੋਂ ਜਿਹੜੀ ਤਿਆਰੀ ਹੈ ਉਹ ਪ੍ਰੋਪਰ ਵਧੀਆ ਕਰਨੀ ਹੈ। ਤੇ ਅੱਜ ਆਪਾਂ ਨਾਟਕ ਬਾਰੇ ਜਾਣਕਾਰੀ ਲਿਆਵਾਂਗੇ। ਠੀਕ ਹੈ, ਤੁਸੀਂ ਨਾਟਕ ਜਦੋਂ ਮੰਨ ਲਓ ਪ੍ਰੀਖਿਆ ਦੇ ਵਿੱਚ ਤੁਹਾਡੇ ਆ ਜਾਂਦਾ ਹੈ ਨਾਟਕ ਦੀ ਪਰਿਭਾਸ਼ਾ, ਅਰਥ ਅਤੇ ਤੱਤਾਂ ਬਾਰੇ ਜਾਣਕਾਰੀ ਦਿਓ, ਤਾਂ ਤੁਸੀਂ ਸ਼ੁਰੂ ਕਿੱਥੋਂ ਕਰਨਾ ਹੈ? ਤੁਸੀਂ ਰੱਬ ਦਾ ਨਾਮ ਲੈ ਕੇ ਸ਼ੁਰੂ ਕਰ ਦੇਣਾ ਨਾਟਕ ਨੂੰ। ਨਾਟਕ ਸਾਹਿਤ ਕਲਾ ਦਾ ਪ੍ਰਾਚੀਨ ਤੇ ਪ੍ਰਭਾਵਸ਼ਾਲੀ ਰੂਪ ਹੈ, ਬਿਲਕੁਲ ਸੌਖੀ ਜੀ ਲੈਣ। ਠੀਕ ਹੈ, ਫਿਰ ਪਾਠਕ ਜਿਹੜੇ ਹੁੰਦੇ ਆ ਪੜ੍ਹਨ ਵਾਲੇ ਸਰੋਤੇ। ਠੀਕ ਹੈ, ਪਾਠਕ ਨਾਟਕ ਨੂੰ ਪੜ੍ਹ ਵੀ ਸਕਦੇ ਹਨ ਤੇ ਦਰਸ਼ਕ ਜਿਹੜੇ ਵੇਖਣ ਵਾਲੇ ਆ, ਦਰਸ਼ਕ ਇਸ ਦੇ ਮੰਚੀ ਰੂਪ ਨੂੰ, ਮੰਚੀ ਕਹਿੰਦੇ ਰੰਗਮੰਚ ਉੱਤੇ ਜਿੱਥੇ ਨਾਟਕ ਖੇਡਿਆ ਜਾਂਦਾ ਹੈ ਸਟੇਜ ਉੱਤੇ, ਦਰਸ਼ਕ ਇਸ ਦੇ ਮੰਚੀ ਰੂਪ ਨੂੰ ਵੇਖ ਵੀ ਸਕਦੇ ਹਨ। ਇਸ ਕਰਕੇ ਨਾਟਕ ਕੀ ਹੈ? ਮਿਸ਼ਰਤ ਕਲਾ ਜਾਂ ਸੰਯੁਕਤ ਕਲਾ ਹੈ, ਬਿਲਕੁਲ ਸੌਖੀ ਗੱਲ। ਠੀਕ ਹੈ, ਫਿਰ ਆਪਾਂ ਕੀ ਲਿਖਾਂਗੇ? ਸੁਣੀ ਹੋਈ ਘਟਨਾ ਨਾਲੋਂ ਵੇਖੀ ਹੋਈ ਘਟਨਾ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ ਜਾਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਇਹ ਸੌਖੀ ਜੀ ਗੱਲ ਆ, ਤੁਹਾਨੂੰ ਪਤਾ ਹੀ ਹੈ ਵੀ ਜੇ ਇੱਕ ਤਾਂ ਆਪਾਂ ਗੱਲ ਸੁਣਾਂਗੇ ਤੇ ਇੱਕ ਆਪਾਂ ਦੇਖਾਂਗੇ। ਜਿਹੜੀ ਚੀਜ਼ ਆਪਾਂ ਦੇਖਾਂਗੇ ਉਹ ਸਾਡੇ ਜਿਹੜਾ ਦਿਮਾਗ ਵਿੱਚ ਹੈ ਉਹ ਚਿਰਸਥਾਈ ਰਹਿੰਦੀ ਹੈ। ਠੀਕ ਹੈ, ਫਿਰ ਕੀ ਕਰਾਂਗੇ? ਇਸ ਕਰਕੇ ਹੀ ਭਾਰਤੀ ਵਿਦਵਾਨਾਂ ਨੇ ਨਾਟਕ ਨੂੰ ਕੀ ਕਿਹਾ? 5ਵਾਂ ਵੇਦ ਆਖਿਆ। ਆਪਾਂ ਇੱਥੋਂ ਟਿੱਕਰ ਲਿਖ ਦਾਂਗੇ ਜਦੋਂ ਆਪਾਂ ਨਾਟਕ ਬਾਰੇ ਸਾਡੇ ਕੋਲ ਪ੍ਰੀਖਿਆ ਵਿੱਚ ਪ੍ਰਸ਼ਨ ਕੋਈ ਆ ਜਾਊਗਾ ਤਾਂ। ਦੇਵਤਿਆਂ ਨੇ
ਬ੍ਰਹਮਾ ਜੀ ਅੱਗੇ ਇੱਕ ਪ੍ਰਾਰਥਨਾ ਕੀਤੀ ਵੀ ਹੇ ਬ੍ਰਹਮਾ ਜੀ, ਕੋਈ ਇਹੋ ਜਿਹੀ ਕਿਰਪਾ ਕਰੋ ਵੀ ਜਿਹਦੇ ਵਿੱਚ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਇਕੱਠੇ ਹੋ ਕੇ ਮਨੋਰੰਜਨ ਕਰ ਸਕਣ। ਠੀਕ ਹੈ। ਉਸ ਸਮੇਂ ਬ੍ਰਹਮਾ ਜੀ ਨੇ ਕੀ ਕੀਤਾ, ਸਾਡੇ ਕੋਲੇ ਪਹਿਲਾਂ 4 ਵੇਦ ਤਾਂ ਸੀਗੇ ਰਿਗਵੇਦ, ਠੀਕ ਹੈ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ ਸਾਡੇ ਕੋਲ ਸੀਗਾ। ਠੀਕ ਹੈ। ਬ੍ਰਹਮਾ ਜੀ ਨੇ ਕੀ ਕੀਤਾ ਵੀ ਜਿਹੜਾ ਰਿਗਵੇਦ ਹੈ ਉਹਦੇ ਵਿੱਚੋਂ ਤਾਂ ਉਹਨਾਂ ਨੇ ਕਥਾ ਵਸਤੂ ਜਾਂ ਕਥਾ ਕਹਾਣੀ ਲਈ। ਠੀਕ ਹੈ। ਸਾਮਵੇਦ ਵਿੱਚੋਂ ਉਹਨਾਂ ਨੇ ਗੀਤ ਸੰਗੀਤ ਲਿਆ। ਯਜੁਰਵੇਦ ਜਿਹੜਾ ਸਾਡਾ ਸੀਗਾ ਉਹਦੇ ਵਿੱਚੋਂ ਅਭਿਨੈ ਜਾਂ ਐਕਟਿੰਗ ਲਈ। ਠੀਕ ਹੈ। ਫਿਰ ਜਿਹੜਾ ਇੱਕ ਬਚ ਗਿਆ ਸਾਡੇ ਕੋਲੇ ਅਥਰਵਵੇਦ, ਉਹਦੇ ਵਿੱਚੋਂ ਰਸ ਲੈ ਕੇ ਬ੍ਰਹਮਾ ਜੀ ਨੇ ਜਿਹੜਾ ਨਾਟਕ ਨੂੰ 5ਵਾਂ ਵੇਦ ਬਣਾਇਆ। ਠੀਕ ਹੈ। ਇਹ ਤਾਂਹੀਓ ਤਾਂ ਨਾਟਕ ਨੂੰ 5ਵਾਂ ਵੇਦ ਆਖਿਆ ਜਾਂਦਾ। ਇਹ ਸਾਡੀ ਪੁਰਾਣੀ ਕਥਾ ਜਾਂ ਦੰਦ ਕਥਾ ਹੈ। ਠੀਕ ਹੈ। ਹੁਣ ਆਪਾਂ ਕੀ ਕਰਨਾ ਹੈ, ਨਾਟਕ ਦੀਆਂ ਪਰਿਭਾਸ਼ਾਵਾਂ ਬਾਰੇ 4-5 ਪਰਿਭਾਸ਼ਾ ਤੁਸੀਂ ਰੱਖ ਲੈਣੀਆਂ, ਉਹੀ ਪ੍ਰੀਖਿਆ ਦੇ ਵਿੱਚ ਲਿਖ ਦੇਣੀਆਂ। ਉਹ ਕਿਹੜੀਆਂ ਉਹ ਆਪਾਂ ਹੁਣ ਲਿਖਦੇ ਹਾਂ। ਤੁਸੀਂ ਆਹ ਇੱਕ ਵਾਰੀ ਇਹਨੂੰ ਰਿਪੀਟ ਕਰ ਲਓ, ਫਿਰ ਆਪਾਂ ਕਰਦੇ ਹਾਂ ਪਰਿਭਾਸ਼ਾ ਬਾਰੇ। ਨਾਟਕ ਸ਼ਬਦ ਦਾ ਨਿਕਾਸ ਸੰਸਕ੍ਰਿਤ ਦੇ ਸ਼ਬਦ ਨਟ ਜਾਂ ਨਾਟ ਧਾਤੂ ਤੋਂ ਹੋਇਆ ਮੰਨਿਆ ਜਾਂਦਾ ਹੈ, ਜਿਸ ਤੋਂ ਭਾਵ ਹੈ ਨਾਚ, ਨਕਲ ਜਾਂ ਅਨੁਕਰਨ। ਠੀਕ ਹੈ। ਅਨੁਕਰਨ ਵੀ ਕਿਸੇ ਦੀ ਨਕਲ ਹੀ ਹੁੰਦੀ ਹੈ, ਕਿਸੇ ਦੀ ਨਕਲ ਕਰਨਾ। ਠੀਕ ਹੈ। ਅਰਸਤੂ ਨੇ ਨਾਟਕ ਨੂੰ ਕੀ ਕਿਹਾ, ਜੀਵਨ ਦੀ ਨਕਲ ਆਖਿਆ। ਜਿਵੇਂ ਮੈਥਿਊ ਅਰਨਾਲਡ ਨੇ ਜੀਵਨ ਦੀ ਪੜਚੋਲ ਕਿਹਾ ਸੀਗਾ। ਠੀਕ ਹੈ। ਉਸੇ ਤਰੀਕੇ ਨਾਲ ਅਰਸਤੂ ਨੇ ਨਾਟਕ ਨੂੰ ਜੀਵਨ ਦੀ ਨਕਲ ਆਖਿਆ। ਠੀਕ ਹੈ। ਫਿਰ ਆਪਾਂ ਕਰਦੇ ਹਾਂ, ਨਾਟਕ ਨੂੰ ਅੰਗਰੇਜ਼ੀ ਵਿੱਚ ਡਰਾਮਾ ਕਿਹਾ ਜਾਂਦਾ ਹੈ। ਠੀਕ ਹੈ। ਇੰਨਾ ਤੁਸੀਂ ਲਿਖ ਦੋਗੇ ਤਾਂ ਵੀ ਬੱਲੇ ਬੱਲੇ ਹੈ। ਜੇ ਤੁਸੀਂ ਇਹ ਅੱਗੇ ਹੋ ਕੇ ਹੋਰ ਲਿਖ ਸਕਦੇ ਹੋ ਵੀ ਜਿਹੜਾ ਡਰਾਮਾ ਹੈ, ਡਰਾਮਾ ਜਿਹੜਾ ਸ਼ਬਦ ਹੈ ਇਹ ਯੂਨਾਨੀ ਭਾਸ਼ਾ ਦੇ ਡਰਾਓ ਦਾ ਪਰਿਵਰਤਿਤ ਰੂਪ ਹੈ। ਠੀਕ ਹੈ। ਜਿਸ ਦਾ ਅਰਥ ਹੁੰਦਾ ਕੁਝ ਕਰਕੇ ਦਿਖਾਉਣਾ। ਠੀਕ ਹੈ। ਤੁਸੀਂ ਇੰਨਾ ਲਿਖ ਦੋਗੇ ਤਾਂ ਵੀ ਬਹੁਤ ਵਧੀਆ ਹੈ। ਠੀਕ ਹੈ। ਫਿਰ ਆਪਾਂ ਕੀ ਲਿਖਾਂਗੇ, ਵਿਸ਼ਵ ਵਿੱਚ 2 ਨਾਟ ਪਰੰਪਰਾਵਾਂ ਮੌਜੂਦ ਹਨ। ਠੀਕ ਹੈ। ਯੂਨਾਨੀ ਨਾਟ ਪਰੰਪਰਾ ਅਤੇ ਸੰਸਕ੍ਰਿਤ ਨਾਟ ਪਰੰਪਰਾ। ਯੂਨਾਨੀ ਨਾਟ ਪਰੰਪਰਾ ਦਾ ਮੋਢੀ ਜਿਹੜਾ ਹੈ ਉਹ ਹੈ ਅਰਸਤੂ। ਉਹਨੇ ਕਿਹੜਾ ਗ੍ਰੰਥ ਲਿਖਿਆ, ਕਾਵਿ ਸ਼ਾਸਤਰ ਲਿਖਿਆ। ਠੀਕ ਹੈ। ਅਤੇ ਜਿਹੜਾ ਸੰਸਕ੍ਰਿਤ ਨਾਟ ਪਰੰਪਰਾ ਦਾ ਜਿਹੜਾ ਮੋਢੀ ਹੈ ਉਹ ਕਿਹੜਾ ਹੈ, ਭਰਤ ਮੁਨੀ ਹੈ। ਭਰਤ ਮੁਨੀ ਨੇ ਕਿਹੜਾ ਗ੍ਰੰਥ ਲਿਖਿਆ, ਉਹਨਾਂ ਨੇ ਨਾਟਯ ਸ਼ਾਸਤਰ ਲਿਖਿਆ। ਠੀਕ ਹੈ। ਨਾਟਯ ਸ਼ਾਸਤਰ ਵਿੱਚ ਹੀ ਸਾਨੂੰ ਨਾਟਕ ਬਾਰੇ ਜਾਣਕਾਰੀ ਪੂਰੀ ਵਧੀਆ ਤਰੀਕੇ ਨਾਲ ਸਾਨੂੰ ਮਿਲਦੀ ਹੈ। ਹੁਣ ਆਪਾਂ ਕਰਦੇ ਹਾਂ ਨਾਟਕ ਦੀਆਂ ਪਰਿਭਾਸ਼ਾ ਬਾਰੇ। ਵੀ ਜਿਹੜੇ ਬੱਚੇ ਵੀ 12ਵੀਂ ਵਾਲੇ ਜਮਾਤ ਵਿੱਚ ਜਿਹੜੇ ਪ੍ਰੀਖਿਆ ਦੇ ਵਿੱਚ ਬੱਚਿਆਂ ਨੇ ਉਹਨਾਂ ਨੇ ਤਾਂ ਇਹ ਕਰਨੇ ਆ। ਤੇ ਜਿਹੜੇ ਕੋਈ ਸੈਕੰਡ ਗ੍ਰੇਡ ਦੀ ਪ੍ਰੀਖਿਆ ਦੇਣਾ ਚਾਹੁੰਦਾ ਹੈ, ਕੋਈ ਫਸਟ ਗ੍ਰੇਡ ਦੀ ਪ੍ਰੀਖਿਆ ਦੇਣਾ ਚਾਹੁੰਦਾ ਹੈ, ਠੀਕ ਹੈ, ਕੋਈ ਅਧਿਆਪਕ L2 ਦੀ ਪ੍ਰੀਖਿਆ ਦੇਣਾ ਚਾਹੁੰਦਾ ਹੈ, ਉਹ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਲੈਣਾ ਕਿ ਇਹ ਪਰਿਭਾਸ਼ਾ ਵਿੱਚੋਂ ਹੀ ਪੁੱਛ ਲੈਂਦੇ ਆ ਉਹ। ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਅਰਸਤੂ ਬਾਰੇ। ਅਰਸਤੂ ਨੇ ਨਾਟਕ ਬਾਰੇ ਕੀ ਪਰਿਭਾਸ਼ਾ ਦਿੱਤੀ ਹੈ। ਠੀਕ ਹੈ। ਨਾਟਕ ਕਾਵਿ ਦਾ ਉਹ ਰੂਪ ਹੈ ਜਿਸ ਵਿੱਚ ਪਾਤਰ ਜਿਉਂਦੇ, ਜਾਗਦੇ, ਤੁਰਦੇ ਫਿਰਦੇ ਪੇਸ਼ ਕੀਤੇ ਜਾਂਦੇ ਹਨ। ਇਹ ਪਰਿਭਾਸ਼ਾ ਕਿਹਦੀ ਹੈ, ਅਰਸਤੂ ਦੀ ਹੈ। ਇਬਸਨ ਕੀ ਕਹਿੰਦਾ, ਨਾਟਕ ਆਪਣੇ ਕਾਰਜ ਨੂੰ ਪਾਤਰਾਂ ਰਾਹੀਂ ਪ੍ਰਗਟਾਉਂਦਾ ਹੈ, ਇਸ ਲਈ ਇਸ ਦਾ ਪ੍ਰਭਾਵ ਸਿੱਧਾ ਤੇ ਤੁਰੰਤ ਪੈਂਦਾ ਹੈ। ਬਹੁਤ ਸੋਹਣੀ ਪਰਿਭਾਸ਼ਾ ਹੈ ਵੀ ਨਾਟਕ ਆਪਣੇ ਕਾਰਜਾਂ ਨੂੰ ਪਾਤਰਾਂ ਰਾਹੀਂ ਪ੍ਰਗਟਾਉਂਦਾ ਹੈ, ਇਸ ਲਈ ਇਸ ਦਾ ਪ੍ਰਭਾਵ ਸਿੱਧਾ ਤੇ ਤੁਰੰਤ ਪੈਂਦਾ ਹੈ। ਭਰਤ ਮੁਨੀ ਕੀ ਕਹਿੰਦਾ ਹੈ, ਨਾਟਕ ਮਨੁੱਖ ਦੇ ਵਿਵਹਾਰਾਂ ਦੀ ਨਕਲ ਹੈ। ਵਿਵਹਾਰਾਂ ਨੂੰ ਆਪਾਂ ਇੱਥੇ ਬਿਰਤੀਆਂ ਜਾਂ ਸੰਸਕਾਰ ਵੀ ਕਹਿ ਸਕਦੇ ਹਾਂ, ਨਕਲ ਨੂੰ ਆਪਾਂ ਅਨੁਕਰਨ ਵੀ ਕਹਿ ਸਕਦੇ ਹਾਂ। ਠੀਕ ਹੈ। ਨੋਰਾ ਰਿਚਰਡ ਜਿਹੜੀ ਹੈ ਇਹ ਪੰਜਾਬੀ ਨਾਟਕ ਦੀ ਨਕੜਦਾਦੀ ਕਿਹਾ ਜਾਂਦਾ ਹੈ, ਕਿਉਂਕਿ 1911-12 ਦੇ ਵਿੱਚ ਜਿਹੜੇ ਪੰਜਾਬੀ ਨਾਟਕ ਖਿਡਾਉਣੇ ਸ਼ੁਰੂ ਕੀਤੇ ਸੀਗੇ ਵੱਡੇ ਪੱਧਰ ਦੇ, ਉਹ ਨੋਰਾ ਰਿਚਰਡ ਦੀ ਹੀ ਦੇਣ ਸੀ। ਤੇ 1914 ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ, ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚ ਜਿਹੜਾ 1914 ਵਿੱਚ ਜਦੋਂ ਨਾਟ ਮੁਕਾਬਲੇ ਕਰਾਏ ਗਏ, ਉਹਦੇ ਵਿੱਚੋਂ ਪਹਿਲੇ ਨੰਬਰ ਤੇ IC ਨੰਦਾ, ਜਿਹੜਾ ਈਸ਼ਵਰ ਚੰਦਰ ਨੰਦਾ ਦਾ ਨਾਟਕ ਸੀਗਾ ਸੁਹਾਗ ਜਾਂ ਦੁਲਹਨ, ਉਹ ਪਹਿਲੇ ਨੰਬਰ ਤੇ ਆਇਆ ਸੀ। ਠੀਕ ਹੈ। ਫਿਰ ਆਪਾਂ ਨੋਰਾ ਰਿਚਰਡ ਦੀ ਪਰਿਭਾਸ਼ਾ, ਇਹ ਤਾਂ ਤੁਸੀਂ ਲਿਖੀ ਦੇਣੀ ਹੈ ਪ੍ਰੀਖਿਆ ਦੇ ਵਿੱਚ।
ਨਾਟਕੀ ਹੁਨਰ ਹੀ ਸਭ ਤੋਂ ਉੱਚੀ ਸੱਭਿਆਚਾਰਕ ਸਿੱਖਿਆ ਹੈ। ਠੀਕ ਹੈ, ਜਿਹੜੀ ਕੌਮਾਂ ਵਿੱਚ ਅੱਗੇ ਵਧਣ ਵਿੱਚ ਸਹਾਈ ਹੁੰਦੀ ਹੈ। ਠੀਕ ਹੈ, ਫਿਰ ਆਪਾਂ ਕਰਦੇ ਹਾਂ ਆਈਸੀ ਨੰਦਾ ਦੀ ਪਰਿਭਾਸ਼ਾ। ਨਾਟਕ ਦਾ ਵੱਡਾ ਮਤਲਬ ਸਾਡੀ ਰੋਜ਼ ਦਿਹਾੜੀ ਦੀ ਜ਼ਿੰਦਗੀ ਦੇ ਵਰਤਾਰੇ ਦਾ ਨਕਸ਼ਾ ਖਿੱਚਣਾ ਹੈ। ਬਲਵੰਤ ਗਾਰਗੀ, ਤੁਸੀਂ ਬਲਵੰਤ ਗਾਰਗੀ ਦਾ ਜਦੋਂ ਆਪਾਂ ਨਾਮ ਲੈਂਦੇ ਆ ਤਾਂ ਸਾਡੇ ਸਾਹਮਣੇ ਜਿਹੜੇ ਨਾਟਕ ਹੈ ਦੇ ਧੂਣੀ ਦੀ ਅੱਗ, ਕਣਕ ਦੀ ਬੱਲੀ, ਲੋਹਾ ਕੁੱਟ, ਸ਼ੇਰ ਪੱਤਰ, ਕੇਸਰੋ, ਬਹੁਤ ਸਾਰੇ ਜਿਹੜੇ ਨਾਟਕ ਇਹਨਾਂ ਦੇ ਸਾਡੇ ਦਿਮਾਗ ਵਿੱਚ ਆ ਜਾਂਦੇ ਆ। ਠੀਕ ਹੈ, ਰੰਗਮੰਚ ਉੱਤੇ ਜਿਹੜਾ ਕਾਰਜ ਹੋ ਰਿਹਾ ਹੈ ਉਹ ਕੋਈ ਜੀਵਨ ਘਟਨਾ ਦੀ ਝਾਕੀ ਨਹੀਂ ਹੈ, ਤੇ ਫਿਰ ਕੀ ਹੈ, ਸਗੋਂ ਤਪਦੇ ਹੋਏ ਮਾਰੂਥਲਾਂ ਦੀ ਪ੍ਰਦਰਸ਼ਨੀ ਹੈ। ਠੀਕ ਹੈ, ਬਹੁਤ ਹੀ ਵਧੀਆ ਪਰਿਭਾਸ਼ਾ ਜਿਹੜੀ ਦਿੱਤੀ ਹੈ ਬਲਵੰਤ ਗਾਰਗੀ ਨੇ। ਜਿਸ ਤਰੀਕੇ ਨਾਲ ਕਵਿਤਾ ਦੀ ਪਰਿਭਾਸ਼ਾ ਦਿੱਤੀ ਸੀ ਨਾ ਪ੍ਰੋਫੈਸਰ ਪੂਰਨ ਸਿੰਘ ਨੇ, ਜਿਹੜੀ ਕਵਿਤਾ ਹੈ, ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਹੀ ਕਵਿਤਾ ਹੈ। ਤੇ ਬਲਵੰਤ ਗਾਰਗੀ ਦੀ ਜਿਹੜੀ ਪਰਿਭਾਸ਼ਾ ਉਹ ਕੀ ਹੈ, ਰੰਗਮੰਚ ਉੱਤੇ ਜਿਹੜਾ ਕਾਰਜ ਹੋ ਰਿਹਾ ਹੈ ਉਹ ਕੋਈ ਜੀਵਨ ਘਟਨਾ ਦੀ ਝਾਕੀ ਨਹੀਂ, ਸਗੋਂ ਤਪਦੇ ਮਾਰੂਥਲਾਂ ਦੀ ਪ੍ਰਦਰਸ਼ਨੀ ਹੈ। ਹੁਣ ਮਾਰੂਥਲਾਂ ਤੋਂ ਮੈਨੂੰ ਚੇਤੇ ਆ ਗਿਆ ਵੀ ਆਪਣੇ ਬਾਬਾ ਬੁੱਧ ਸਿੰਘ ਨੇ ਕਿਹਾ ਸੀ ਨਾ, ਹਾਸ਼ਮ ਦੀ ਸੱਸੀ, ਹਾਸ਼ਮ ਨੇ ਸੱਸੀ ਕਾਹਦੀ ਆਖੀ, ਘਰ ਘਰ ਬਿਰਹਾ ਦਾ ਮੋਰਤਾ ਲਾ ਦਿੱਤਾ ਜਾਂ ਅੱਗ ਲਾ ਦਿੱਤੀ। ਠੀਕ ਹੈ, ਤੇ ਜਿਹੜੀ ਹਾਸ਼ਮ ਦੀ ਸੱਸੀ ਤੁਹਾਨੂੰ ਦੱਸ ਦੇਵਾਂ, ਇਹ ਆਪਣੇ ਦਵਈਏ ਛੰਦ ਵਿੱਚ ਸੀ। ਦਮੋਦਰ ਦੀ ਹੀਰ ਵੀ ਦਵਈਏ ਛੰਦ ਵਿੱਚ ਸੀ। ਦਵਈਆ ਛੰਦ ਵਿੱਚ ਜਿਹੜੀਆਂ 28 ਮਾਤਰਾ ਹੁੰਦੀਆਂ ਹਨ ਤੇ 16 ਤੇ 12 ਤੇ ਵਿਸ਼ਰਾਮ ਹੁੰਦਾ ਹੈ। ਠੀਕ ਹੈ, ਕਈ ਵਾਰੀ ਪ੍ਰੀਖਿਆ ਵਿੱਚ ਪੁੱਛਿਆ ਜਾਂਦਾ ਹੈ। ਇਹ ਪਰਿਭਾਸ਼ਾ ਵਿੱਚੋਂ ਵੀ ਕਈ ਵਾਰੀ ਜਿਹੜੇ ਤੁਹਾਡੇ ਜਮਾਤ 12ਵੀਂ ਦੇ ਬੱਚਿਆਂ ਵਾਸਤੇ ਤਾਂ ਲਾਹੇਵੰਦ ਹੈਗੀਆਂ ਪਰਿਭਾਸ਼ਾਵਾਂ, ਤੇ ਜਿਹੜੇ ਕੋਈ ਸੈਕੰਡ ਗ੍ਰੇਡ ਪ੍ਰੀਖਿਆ ਦੀ ਜਾਂ ਫਸਟ ਗ੍ਰੇਡ ਪ੍ਰੀਖਿਆ ਦੀ ਤਿਆਰੀ ਕਰ ਰਹੇ ਆ ਪੰਜਾਬੀ ਵਾਸਤੇ, ਤਾਂ ਉਹਨਾਂ ਵਾਸਤੇ ਵੀ ਇਹ ਜਿਹੜੀਆਂ ਪਰਿਭਾਸ਼ਾ ਬਹੁਤ ਲਾਹੇਵੰਦ ਹੋਣ ਵਾਲੀਆਂ। ਤੇ ਤੁਹਾਨੂੰ ਮੈਂ ਦੱਸ ਦੇਵਾਂ ਵੀ ਜਿਹੜੀ ਸ਼ਾਹ ਮੁਹੰਮਦ ਦਾ ਜੰਗਨਾਮਾ, ਵਾਰਿਸ ਸ਼ਾਹ ਦੀ ਹੀਰ, ਕਾਦਰ ਯਾਰ ਦਾ ਪੂਰਨ ਭਗਤ ਤੇ ਫਜ਼ਲ ਸ਼ਾਹ ਦੀ ਸੋਹਣੀ ਮਹਿਵਾਰ, ਇਹ ਬੈਤਾਂ ਵਿੱਚ ਲਿਖਿਆ ਗਿਆ, ਬੈਤ ਛੰਦ ਵਿੱਚ। ਤੇ ਤੁਹਾਨੂੰ ਦੱਸ ਹੀ ਦਿੱਤਾ ਦਮੋਦਰ ਦੀ ਹੀਰ ਤੇ ਹਾਸ਼ਮ ਦੀ ਸੱਸੀ ਇਹ ਦਵਈਆ ਛੰਦ ਵਿੱਚ ਹੈ, ਤੇ ਜਿਹੜਾ ਕਾਦਰ ਯਾਰ ਦਾ ਸੋਹਣੀ ਮਹਿਵਾਲ ਹੈ ਇਹ ਦੋਹਰਾ ਛੰਦ ਵਿੱਚ ਹੈ। ਠੀਕ ਹੈ, ਇਹ ਥੋੜਾ ਜਿਹਾ ਆਪਾਂ ਪ੍ਰੀਖਿਆ ਵਿੱਚ ਸਾਡੇ ਤੋਂ ਪੁੱਛ ਸਕਦੇ ਆ, ਧਿਆਨ ਰੱਖਣਾ। ਇਹ ਜਿਹੜੀਆਂ 5 ਪਰਿਭਾਸ਼ਾਵਾਂ ਨੂੰ ਚੰਗੀ ਤਰੀਕੇ ਨਾਲ ਯਾਦ ਕਰ ਲਓ, ਤਾਂ ਫਿਰ ਆਪਾਂ ਪ੍ਰੀਖਿਆ ਦੇ ਵਿੱਚ ਇਸ ਤਰੀਕੇ ਨਾਲ ਇਹ ਕਰਕੇ ਆਉਣੀਆਂ। ਹੁਣ ਆਪਾਂ ਕਰਦੇ ਹਾਂ ਨਾਟਕ ਦੇ ਤੱਤ ਬਾਰੇ। ਠੀਕ ਹੈ, ਹਾਂ ਬਈ, ਹੁਣ ਕਰਦੇ ਹਾਂ ਆਪਾਂ ਪਰਿਭਾਸ਼ਾ ਤੁਸੀਂ ਕਰ ਲਈਆਂ ਨਾਟਕ ਦੀਆਂ, ਹੁਣ ਆਪਾਂ ਕਰਦੇ ਹਾਂ ਨਾਟਕ ਦੇ ਤੱਤ। ਧਿਆਨ ਨਾਲ ਕਰਨੇ ਇਹ। ਪਹਿਲਾ ਜਿਹੜਾ ਤੱਤ ਹੈ ਵੀ ਨਾਟਕ ਲਿਖਣ ਵਾਸਤੇ ਜਿਹੜੇ ਤੱਤ ਹੁੰਦੇ ਆ, ਉਹ ਨਾਟਕ ਵਿੱਚ ਕਿਹੜੇ ਕਿਹੜੇ ਤੱਤ ਜ਼ਰੂਰੀ ਹੈ, ਹੋਣੇ ਲਾਜ਼ਮੀ ਹੈ, ਉਹਨਾਂ ਬਾਰੇ ਆਪਾਂ ਹੁਣ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਪਲਾਟ ਜਾਂ ਗੋਂਦ। ਇਹਨੂੰ ਕਥਾ ਵਸਤੂ ਵੀ ਕਹਿੰਦੇ ਆ, ਕਥਾਨਕ ਵੀ ਕਹਿੰਦੇ ਆ। ਠੀਕ ਹੈ, ਪਲਾਟ ਨਾਟਕੀ ਰਚਨਾ ਵਿੱਚ ਰੀੜ ਦੀ ਹੱਡੀ ਦਾ ਕੰਮ ਕਰਦਾ ਹੈ। ਮੰਨ ਲਓ ਵੀ ਇਹ ਬਹੁਤ ਜ਼ਰੂਰੀ ਹੈ। ਜਿਹੜੀ ਪਲਾਟ ਹੁੰਦਾ ਉਹ ਕਥਾ ਕਹਾਣੀ ਹੁੰਦੀ ਹੈ। ਠੀਕ ਹੈ, ਵੀ ਕਹਾਣੀ ਕਿਸ ਤਰੀਕੇ ਦੀ ਹੋਵੇ ਉਹਨੂੰ ਪਲਾਟ ਕਿਹਾ ਜਾਂਦਾ ਹੈ। ਵਿਦਵਾਨ ਇਸ ਨੂੰ ਮੁੱਖ ਤੱਤ ਮੰਨਦੇ ਹਨ। ਨਾਟਕ ਵਿੱਚ ਪੇਸ਼ ਕੀਤੀ ਜਾਣ ਵਾਲੀ ਕਹਾਣੀ ਨੂੰ ਤਰਤੀਬਵਾਰ ਪੇਸ਼ ਕਰਨਾ ਹੀ ਪਲਾਟ ਅਖਵਾਉਂਦਾ ਹੈ। ਵੀ ਜਿਹੜਾ ਪਲਾਟ ਜਾਂ ਗੋਂਦ ਉਸ ਨੂੰ ਕਿਹਾ ਜਾਂਦਾ ਹੈ ਕਥਾ ਵਸਤੂ। ਕਥਾਨਕ ਦੀ ਜਿਹੜੀ ਕਹਾਣੀ ਨੂੰ ਤਰਤੀਬਵਾਰ ਪੇਸ਼ ਕਰਨਾ ਉਹਨੂੰ ਪਲਾਟ ਜਾਂ ਕਥਾਨਕ ਜਾਂ ਕਥਾ ਵਸਤੂ ਕਿਹਾ ਜਾਂਦਾ ਹੈ। ਠੀਕ ਹੈ, ਹੁਣ ਅਰਸਤੂ ਨੇ ਇੱਥੇ ਪਲਾਟ ਦੇ 2 ਭਾਗ ਮੰਨੇ ਨੇ, ਉਹ ਤੁਸੀਂ ਲਿਖ ਵੀ ਸਕਦੇ ਹੋ ਪ੍ਰੀਖਿਆ ਦੇ ਵਿੱਚ ਵੀ ਉਹ ਤੇ ਉਲਝਾਊ ਹੈ ਤੇ ਇੱਕ ਸੁਲਝਾਊ ਹੈ। ਉਲਝਾਊ ਤਾਂ ਉਹਨੂੰ ਕਿਹਾ ਜਾਂਦਾ ਹੈ ਵੀ ਕਿਸੇ ਘਟਨਾ ਨੂੰ ਉਲਝਾ ਕੇ ਜਿਹੜਾ ਦਰਸ਼ਕ ਹੈ ਜਾਂ ਉਹਨੂੰ ਪੜ੍ਹਨ ਵਾਲਾ ਹੈ ਜਾਂ ਵੇਖਣ ਵਾਲਾ ਹੈ ਉਹਦੇ ਮਨ ਵਿੱਚ ਜਿਗਿਆਸਾ ਪੈਦਾ ਕਰਨੀ ਹੈ, ਇਹਨੂੰ ਤਾਂ ਕਹਿੰਦੇ ਉਲਝਾਊ। ਠੀਕ ਹੈ, ਜਦੋਂ ਕਿਸੇ ਘਟਨਾ ਨੂੰ ਸੁਲਝਾ ਕੇ, ਕਿਸੇ ਨਾਟਕ ਦੀ ਘਟਨਾ ਨੂੰ ਸੁਲਝਾ ਕੇ ਪਾਠਕ ਜਾਂ ਦਰਸ਼ਕ ਦੀ ਜਿਗਿਆਸਾ ਨੂੰ ਸ਼ਾਂਤ ਕਰਨਾ ਉਹਨੂੰ ਸੁਲਝਾਊ ਕਿਹਾ ਜਾਂਦਾ ਹੈ। ਤੇ ਇਸੇ ਨੂੰ ਹੀ ਪੱਛਮੀ ਵਿਦਵਾਨਾਂ ਨੇ ਜਿਹੜੇ ਹੈ ਉਹਨਾਂ ਨੂੰ 5 ਅਵਸਥਾ ਮੰਨੀਆਂ ਹਨ। ਉਹ ਕਿਹੜੀਆਂ ਕਿਹੜੀਆਂ ਹਨ ਆਪਾਂ ਵੇਖਦੇ ਹਾਂ। ਪਹਿਲੀ ਆਰੰਭ। ਠੀਕ ਹੈ,
ਕਿਸੇ ਨਾਟਕ ਦਾ ਆਰੰਭ ਹੋਣਾ। ਦੂਸਰਾ ਕੀ ਹੈ, ਸੰਘਰਸ਼। ਠੀਕ ਹੈ, ਜੇ ਨਾਟਕ ਵਿੱਚ ਸੰਘਰਸ਼ ਹੋਊਗਾ ਫਿਰ ਹੀ ਨਾਟਕ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਚੰਗੇ ਪੱਧਰ ਦਾ ਨਾਟਕ ਹੈ। ਠੀਕ ਹੈ, ਆਰੰਭ ਨਾਟਕ ਹੋ ਗਿਆ, ਉਸ ਤੋਂ ਬਾਅਦ ਸੰਘਰਸ਼ ਹੋਣਾ ਜ਼ਰੂਰੀ ਹੈ। ਸੰਘਰਸ਼ ਤੋਂ ਬਾਅਦ ਆਪਾਂ ਸੰਘਰਸ਼ ਨੂੰ ਕਹਿ ਸਕਦੇ ਹਾਂ ਉਲਝਾਊ ਪੱਖ, ਕਹਿ ਸਕਦੇ ਹਾਂ ਉਲਝਾਊ ਭਾਗ। ਉਸ ਤੋਂ ਬਾਅਦ ਸਿਖਰ ਹੋ ਜਾਂਦਾ ਹੈ ਸੰਘਰਸ਼ ਦਾ। ਉਸ ਤੋਂ ਬਾਅਦ ਜਦੋਂ ਸਿਖਰ ਤੇ ਪਹੁੰਚ ਕੇ ਜਿਹੜਾ ਉਹਦਾ ਸੁਲਝਾਊ ਪੱਖ ਸਾਡੇ ਸਾਹਮਣੇ ਆਉਂਦਾ ਹੈ, ਉਤਾਰ ਜਾਂ ਨਿਬੇੜਾ। ਠੀਕ ਹੈ, ਤੇ ਲਾਸਟ ਵਿੱਚ ਨਾਟਕ ਦੀ ਸਮਾਪਤੀ ਹੋ ਜਾਂਦੀ ਹੈ। ਠੀਕ ਹੈ, ਇਹ ਕਿਹਦੇ ਅੰਤਰਗਤ ਆਉਂਦਾ? ਇਹ ਪ੍ਰਸ਼ਨ ਆਇਆ ਹੋਇਆ ਸੈਕੰਡ ਗ੍ਰੇਡ ਪੰਜਾਬੀ ਵਿਸ਼ੇ ਦੀ ਜਿਹੜੀ ਪ੍ਰੀਖਿਆ ਦੇ ਵਿੱਚ ਵੀ ਕਥਾਨਕ ਦੇ ਕਿਹੜੇ ਕਿਹੜੇ ਭਾਗ ਨੇ, ਇਹ ਆਰੰਭ, ਸੰਘਰਸ਼, ਸਿਖਰ, ਉਤਾਰ ਜਾਂ ਨਿਬੇੜਾ ਜਾਂ ਸਮਾਪਤੀ, ਇਹ ਕਿਹਦੇ ਭਾਗ ਨੇ, ਕਿਹਦੇ ਤੱਕ ਨੇ, ਨਾਟਕ ਦੇ ਹੈ, ਨਾਵਲ ਦੇ ਹੈ, ਇਹ ਪ੍ਰੀਖਿਆ ਵਿੱਚ ਪ੍ਰਸ਼ਨ ਆ ਚੁੱਕਿਆ ਹੈ। ਠੀਕ ਹੈ, ਉਸ ਤੋਂ ਬਾਅਦ ਗੱਲ ਕਰਦੇ ਹਾਂ ਪਾਤਰ ਅਤੇ ਪਾਤਰ ਉਸਾਰੀ। ਪਾਤਰ ਨਾਟਕੀ ਰਚਨਾ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਪਾਤਰਾਂ ਤੋਂ ਬਿਨਾਂ ਨਾਟਕ ਰਚਨਾ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਕਿ ਪਾਤਰਾਂ ਤੋਂ ਬਿਨਾਂ ਨਾਟਕ ਦੀ ਆਪਾਂ ਕਲਪਨਾ ਨਹੀਂ ਕਰ ਸਕਦੇ, ਪਾਤਰਾਂ ਦਾ ਨਾਟਕ ਖੇਡਿਆ ਨਹੀਂ ਜਾ ਸਕਦਾ। ਠੀਕ ਹੈ, ਉੱਤਮ ਕਿਸਮ ਦੇ ਨਾਟਕ ਵਿੱਚ 5 ਤੋਂ 10 ਪਾਤਰ ਹੋ ਸਕਦੇ ਹਨ। ਮੁੱਖ ਪਾਤਰ ਨੂੰ ਨਾਇਕ ਕਿਹਾ ਜਾਂਦਾ ਹੈ। ਜਿਹੜਾ ਮੁੱਖ ਪਾਤਰ ਹੁੰਦਾ ਹੈ ਉਹਨੂੰ ਨਾਇਕ ਜਾਂ ਹੀਰੋ ਕਿਹਾ ਜਾਂਦਾ ਹੈ। ਤੇ ਜਿਹੜੀ ਮੁੱਖ ਪਾਤਰ ਇਸਤਰੀ ਹੁੰਦੀ ਹੈ ਉਹਨੂੰ ਨਾਇਕਾ ਕਿਹਾ ਜਾਂਦਾ ਹੈ। ਨਾਇਕ ਪਾਤਰ ਦਾ ਵਿਰੋਧੀ ਹੈ ਉਹਨੂੰ ਖਲਨਾਇਕ ਕਿਹਾ ਜਾਂਦਾ ਹੈ। ਇਹ ਦੋਨੇ ਧਿਰਾਂ ਹੋਣੀਆਂ ਲਾਜ਼ਮੀ ਹੈ ਕਿਸੇ ਨਾਟਕ ਦੇ ਵਿੱਚ। ਠੀਕ ਹੈ, ਹੁਣ ਆਪਾਂ ਕਰਦੇ ਹਾਂ ਅੱਗੇ ਵਾਰਤਾਲਾਪ ਬਾਰੇ। ਠੀਕ ਹੈ, ਇਹਨੂੰ ਚੰਗੀ ਤਰੀਕੇ ਨਾਲ ਤੁਸੀਂ ਇਹਦਾ ਅਧਿਐਨ ਕਰ ਲਓ, ਫਿਰ ਆਪਾਂ ਅੱਗੇ ਕਰਦੇ ਹਾਂ ਜਿਹੜਾ ਆਪਾਂ ਨਾਟਕ ਦਾ ਉਹਦੇ ਬਾਰੇ ਆਪਾਂ ਚਰਚਾ ਹੁਣ ਕਰਦੇ ਹਾਂ। ਉਹ ਕਿਹੜਾ ਹੈ ਜਿਹੜਾ ਨਾਟਕ ਵਿੱਚ ਹੋਣਾ ਲਾਜ਼ਮੀ ਹੈ, ਉਹ ਹੈ ਵਾਰਤਾਲਾਪ। ਵਾਰਤਾਲਾਪ ਨੂੰ ਆਪਾਂ ਸੰਵਾਦ ਵੀ ਕਹਿੰਦੇ ਹਾਂ। ਵਾਰਤਾਲਾਪ ਜਿਹੜਾ ਹੈ ਨਾਟਕ ਦਾ ਚਿਹਰਾ ਹੈ ਜਿਸ ਵਿੱਚੋਂ ਨਾਟਕ ਦੀ ਸਮੁੱਚੀ ਰੂਹ ਝਲਕਦੀ ਦਿਸ ਪੈਂਦੀ ਹੈ। ਠੀਕ ਹੈ, ਤੁਸੀਂ ਸਿੱਧਾ ਵੀ ਲਿਖ ਸਕਦੇ ਹੋ, ਵਾਰਤਾਲਾਪ ਨਾਟਕ ਦਾ ਚਿਹਰਾ ਹੈ ਜਿਸ ਵਿੱਚੋਂ ਨਾਟਕ ਦੀ ਸਮੁੱਚੀ ਰੂਹ ਝਲਕਦੀ ਹੈ। ਠੀਕ ਹੈ, ਵਾਰਤਾਲਾਪ ਆਕਾਰ ਵਿੱਚ ਛੋਟੀ ਅਤੇ ਰੋਚਕ ਹੋਣੀ ਚਾਹੀਦੀ ਹੈ। ਜਿਹੜੀ ਵਾਰਤਾਲਾਪ ਹੈ ਇਹ ਆਕਾਰ ਵਿੱਚ ਛੋਟੀ ਅਤੇ ਰੋਚਕ ਹੋਣੀ ਚਾਹੀਦੀ ਹੈ, ਕਿਉਂਕਿ ਲੰਮੀ ਵਾਰਤਾਲਾਪ ਪਾਠਕ ਜਾਂ ਦਰਸ਼ਕ ਨੂੰ ਬੋਝਲ ਜਾਪਦੀ ਹੈ। ਜ਼ਿਆਦਾ ਲੰਮੀ ਵਾਰਤਾਲਾਪ ਵਿੱਚ ਨਹੀਂ ਹੋਣੀ ਚਾਹੀਦੀ। ਜਿਹੜੀ ਵਾਰਤਾਲਾਪ ਹੈ ਇਹ 2 ਜਾਂ 2 ਤੋਂ ਅਧਿਕ ਪਾਤਰਾਂ ਦੇ ਵਿਚਕਾਰ ਹੁੰਦੀ ਹੈ। ਤੇ ਇਹਦੇ ਵਿੱਚ ਨਾਟਕ ਦੇ ਵਿੱਚ ਇੱਕ ਪਾਤਰ ਹੋਵੇ ਤਾਂ ਵਾਰਤਾਲਾਪ ਉਹਨਾਂ ਵਿਚਾਲੇ ਨਹੀਂ ਹੋ ਸਕਦੀ। ਠੀਕ ਹੈ, ਫਿਰ ਹੈ ਅਗਲਾ ਜਿਹੜਾ ਤੱਤ ਹੈ ਉਹ ਦੇਸ਼ ਕਾਲ ਜਾਂ ਵਾਤਾਵਰਨ ਹੈ। ਜੇ ਨਾਟਕ ਵਿੱਚ ਪੇਸ਼ ਘਟਨਾ ਵਰਤਮਾਨ ਸਮੇਂ ਦੀ ਹੈ ਤਾਂ ਉਸ ਦਾ ਵਾਤਾਵਰਨ ਵਰਤਮਾਨ ਕਾਲ ਦਾ ਹੋਵੇਗਾ ਜਾਂ ਵਰਤਮਾਨ ਕਾਲ ਦਾ ਹੋਣਾ ਚਾਹੀਦਾ ਹੈ। ਠੀਕ ਹੈ, ਪਾਤਰਾਂ ਦਾ ਪਹਿਰਾਵਾ ਵੀ ਦੇਸ਼ ਕਾਲ ਜਾਂ ਵਾਤਾਵਰਨ ਅਨੁਸਾਰ ਹੋਣਾ ਚਾਹੀਦਾ ਹੈ। ਇਸ ਤਰੀਕੇ ਦਾ ਕਿਸੇ ਨਾਟਕ ਦਾ ਦੇਸ਼ ਕਾਲ ਜਾਂ ਵਾਤਾਵਰਨ ਹੋਵੇਗਾ। ਉਸੇ ਤਰੀਕੇ ਦਾ ਆਪਾਂ ਨੂੰ ਮੰਚ ਵੀ ਹੈ ਤਿਆਰ ਕਰਨਾ ਪਵੇਗਾ। ਜੇ ਆਪਾਂ ਮੰਚ ਦੇ ਵਿੱਚ ਘਟਨਾਕ੍ਰਮ ਸਹੀ ਤਰੀਕੇ ਨਾਲ ਨਾ ਪੇਸ਼ ਕਰਾਂਗੇ ਤਾਂ ਜਿਹੜਾ ਸਾਡਾ ਨਾਟਕ ਹੈ ਉਹ ਬਹੁਤ ਵਧੀਆ ਲੋਕਾਂ ਨੂੰ ਪਸੰਦ ਨਹੀਂ ਆਉਣਾ। ਇਸ ਕਰਕੇ ਦੇਸ਼ ਕਾਲ ਜਾਂ ਵਾਤਾਵਰਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਹੁਣ ਆ ਗਿਆ ਉਦੇਸ਼। ਜੇ ਕੋਈ ਵੀ ਆਪਾਂ ਕਹਾਣੀ ਪੜ੍ਹਦੇ ਹਾਂ, ਨਾਵਲ ਪੜ੍ਹਦੇ ਹਾਂ, ਨਾਟਕ ਪੜ੍ਹਦੇ ਹਾਂ ਜਾਂ ਨਾਟਕ ਵੇਖਦੇ ਹਾਂ ਜਾਂ ਕੋਈ ਵੀ ਪਿਕਚਰ ਦੇਖਦੇ ਹਾਂ, ਹਰ ਕਿਸੇ ਵੀ ਰੰਗਮੰਚ ਦਾ ਜਾਂ ਨਾਟਕ ਦਾ ਉਦੇਸ਼ ਹੁੰਦਾ ਹੈ। ਉਦੇਸ਼ ਦਾ ਮੰਤਵ ਇਹ ਹੁੰਦਾ ਵੀ ਲੋਕਾਂ ਨੂੰ ਸਿੱਖਿਆ ਦੇਣੀ। ਠੀਕ ਹੈ, ਵੀ ਇਹ ਚੰਗੇ ਅਤੇ ਮਾੜੇ ਦੀ ਪੇਸ਼ਕਾਰੀ ਨੂੰ ਆਪਾਂ ਤੁਸੀਂ ਲਿਖਣਾ ਕਿਵੇਂ ਹੈ ਪ੍ਰੀਖਿਆ ਦੇ ਵਿੱਚ? ਉਦੇਸ਼ ਨੂੰ ਚੰਗੇ ਅਤੇ ਮਾੜੇ ਦੀ ਪੇਸ਼ਕਾਰੀ ਨੂੰ ਸਾਹਿਤਕ ਭਾਸ਼ਾ ਵਿੱਚ ਉਦੇਸ਼ ਕਿਹਾ ਜਾਂਦਾ ਹੈ। ਠੀਕ ਹੈ, ਨਾਟਕੀ ਰਚਨਾ ਦਾ ਵੀ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਨਾਟਕਕਾਰ ਵੀ ਕਿਸੇ ਉਦੇਸ਼ ਦੀ ਪੂਰਤੀ ਹਿੱਤ ਨਾਟਕ ਦੀ ਸਿਰਜਣਾ ਕਰਦਾ ਹੈ। ਹੁਣ ਨਾਟਕਕਾਰ ਜਿਹੜਾ ਹੈ ਉਹ ਕਿਸੇ ਨਾ ਕਿਸੇ ਉਦੇਸ਼ ਦੀ ਪੂਰਤੀ ਹਿੱਤ ਨਾਟਕ ਦੀ ਸਿਰਜਣਾ ਕਰਦਾ ਹੈ। ਸਮਾਜ ਲਈ ਸਿਧਾਂਤ ਨੂੰ ਮੰਨਣ ਵਾਲੇ ਜਿਹੜੇ ਲੇਖਕ ਹੈ ਜਾਂ ਵਿਦਵਾਨ ਹੈ ਉਹ ਨਾਟਕ ਨੂੰ ਸਰੋਤ ਤੋਂ ਮੰਨਦੇ ਹੈ। ਜਿਹੜਾ ਨਾਟਕ ਸਾਡੇ ਸਮਾਜ ਨੂੰ ਚੰਗੀ ਸੇਧ ਦੇਵੇ ਤੇ ਬੁਰਾਈਆਂ ਨੂੰ ਮਿਟਾਉਣ ਲਈ ਸਾਡੇ ਸਮਾਜ ਨੂੰ ਜਾਗਰੂਕ ਕਰੇ। ਠੀਕ ਹੈ, ਤੇ ਜਿਹੜਾ ਕਲਾ ਲਈ ਸਿਧਾਂਤ ਨੂੰ ਮੰਨਣ ਵਾਲੇ ਜਿਹੜੇ ਵਿਦਵਾਨ ਹੈ ਉਹ ਨਾਟਕ ਨੂੰ ਸਰੋਤ ਤੋਂ ਮੰਨਦੇ ਹੈ ਜਿਹੜਾ ਨਾਟਕ ਦਰਸ਼ਕਾਂ ਜਾਂ ਪਾਠਕਾਂ ਨੂੰ ਆਨੰਦ ਦੇਵੇ ਤੇ ਉਹਨਾਂ ਦਾ ਮਨੋਰੰਜਨ ਕਰੇ। ਹੁਣ ਪੜ੍ਹ ਚੁੱਕੇ ਹਾਂ ਵਾਰਤਾਲਾਪ,
ਦੇਸ਼ ਕਾਲ ਜਾਂ ਵਾਤਾਵਰਨ, ਉਦੇਸ਼। ਆਪਾਂ 5 ਤੱਤ ਤੋਂ ਪਹਿਲਾਂ ਨਾਟਕ ਦੇ ਲਾਜ਼ਮੀ ਕਰ ਚੁੱਕੇ ਹਾਂ, ਜਿਹੜੇ ਨਾਟਕ ਵਿੱਚ ਹੋਣੇ ਜ਼ਰੂਰੀ ਹੈ। ਉਸ ਤੋਂ ਉਪਰੰਤ ਜਿਹੜਾ 6ਵਾਂ ਤੱਤ ਸਾਡੇ ਕੋਲੇ ਉਹ ਸ਼ੈਲੀ ਦੇ ਰੂਪ ਵਿੱਚ ਆਇਆ ਹੈ, ਵੀ ਸਾਹਿਤਕ ਰਚਨਾ ਦੇ ਸਾਰੇ ਤੱਤਾਂ ਨੂੰ ਤਰਤੀਬ ਵਿੱਚ ਪੇਸ਼ ਕਰਨ ਦੀ ਕਲਾ ਨੂੰ ਸ਼ੈਲੀ ਕਿਹਾ ਜਾਂਦਾ ਹੈ। ਸਾਹਿਤਕਾਰ ਸ਼ੈਲੀ ਰਾਹੀਂ ਹੀ ਆਪਣੀ ਪਹਿਚਾਣ ਬਣਾਉਂਦਾ ਹੈ। ਨਾਟਕ ਦੀ ਸ਼ੈਲੀ ਦਿਲਟੂਮੀ ਅਤੇ ਰੋਚਕ ਹੋਣੀ ਚਾਹੀਦੀ ਹੈ। ਉਸ ਤੋਂ ਉਪਰੰਤ ਸਾਡੇ ਕੋਲੇ ਰੰਗਮੰਚ। ਰੰਗਮੰਚ ਜਿਹੜਾ ਹੈ ਨਾਟਕ ਦਾ ਬਹੁਤ ਹੀ ਜ਼ਰੂਰੀ ਤੱਤ ਹੈ, ਕਿਉਂਕਿ ਰੰਗਮੰਚ ਬਿਨਾਂ ਜਿਹੜੀ ਨਾਟਕ ਦੀ ਸਾਰਥਕਤਾ ਉਹ ਖਤਮ ਹੋ ਜਾਂਦੀ ਹੈ। ਨਾਟਕ ਅਜਿਹੀ ਮਿਸ਼ਰਤ ਕਲਾ ਹੈ, ਪਹਿਲਾਂ ਵੀ ਆਪਾਂ ਇਹ ਜਿਹੜੀ ਇਹ ਤੁਕ ਕਰ ਚੁੱਕੇ ਹਾਂ, ਜਿਸ ਦਾ ਸੰਬੰਧ ਸਾਹਿਤ ਨਾਲ ਵੀ ਹੈ ਅਤੇ ਰੰਗਮੰਚ ਨਾਲ ਵੀ ਹੈ। ਠੀਕ ਹੈ, ਤਾਂ ਹੀ ਤਾਂ ਇਹਨੂੰ ਸੰਯੁਕਤ ਕਲਾ ਕਿਹਾ ਜਾਂਦਾ ਹੈ। ਰੰਗਮੰਚੀ ਸਾਰਥਕਤਾ ਨਾਟਕ ਦਾ ਪ੍ਰਮੁੱਖ ਗੁਣ ਹੈ। ਕਿਸੇ ਵੀ ਨਾਟਕੀ ਰਚਨਾ ਦੀ ਮਹਾਨਤਾ ਉਸ ਦੀ ਰੰਗਮੰਚੀ ਸਫਲਤਾ ਉੱਪਰ ਨਿਰਭਰ ਹੈ। ਇਸ ਵਿੱਚ ਅਭਿਨੈ ਕਲਾ ਦਾ ਗੁਣ ਸ਼ਾਮਲ ਹੈ। ਠੀਕ ਹੈ, ਉਸ ਤੋਂ ਬਾਅਦ ਅਸੀਂ ਪੱਛਮੀ ਵਿਦਵਾਨ ਜਿਹੜਾ ਟੀ.ਐਸ. ਐਲੀਅਟ ਹੈ, ਇਹ ਰੰਗਮੰਚ ਬਾਰੇ ਕੀ ਕਹਿੰਦਾ ਹੈ? ਇਹ ਕਹਿੰਦਾ ਹੈ ਵੀ ਨਾਟਕ ਸਾਹਿਤ ਦਾ ਉਹ ਰੂਪ ਹੈ ਜੋ ਅਭਿਨੈ ਦੇ ਰੰਗਮੰਚੀ ਅੰਸ਼ਾਂ ਵਿੱਚ ਆਪਣੇ ਪ੍ਰਸਾਰ ਦੀ ਮੰਗ ਕਰਦਾ ਹੈ। ਇਹ ਜਿਹੜੇ 7 ਤੱਤ ਨੇ ਤੇ ਇਹ ਸਾਨੂੰ ਪ੍ਰੀਖਿਆ ਵਿੱਚ ਲਿਖਣੇ ਪੈਣਗੇ, ਜੇ ਪ੍ਰੀਖਿਆ ਦੇ ਵਿੱਚ ਸਾਡੇ ਤੋਂ ਇਹ ਨਾਟਕ ਦੇ ਤੱਤਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ। ਠੀਕ ਹੈ, ਹੁਣ ਰੰਗਮੰਚ ਦੇ ਉੱਤੇ ਜਿਹੜੇ ਖੇਡੇ ਜਾਂਦੇ ਨਾਟਕ ਹੈ ਉਹ ਹੀ ਸਫਲ ਨਾਟਕ ਅਖਵਾਉਂਦੇ ਹਨ। ਜਿਵੇਂ ਆਪਣੇ ਕੋਲ ਸੰਤ ਸਿੰਘ ਸੇਖੋਂ ਜਿਹੜੇ ਨਾਟਕਕਾਰ ਹੈ ਤੇ ਨਾਵਲਕਾਰ ਵੀ ਹੈ, ਕਹਾਣੀਕਾਰ ਵੀ ਹੈ। ਤੇ ਸੰਤ ਸਿੰਘ ਸੇਖੋਂ ਦੇ ਜਿਹੜੇ ਨਾਟਕ ਹੈ ਵੀ ਬੌਧਿਕ ਸਤਰ ਦੇ ਨਾਟਕ ਲਿਖਣ ਵਾਲਾ ਉਹ ਸੰਤ ਸਿੰਘ ਸੇਖੋਂ। ਇਹ ਪ੍ਰਸ਼ਨ ਪਹਿਲਾਂ ਪ੍ਰੀਖਿਆ ਵਿੱਚ ਪੁੱਛਿਆ ਵੀ ਗਿਆ ਹੈ 2nd ਗ੍ਰੇਡ ਵਿੱਚ। ਤੇ ਇਹਦੇ ਨਾਟਕ ਜਿਹੜੇ ਹੈ ਉਹ ਰੰਗਮੰਚ ਤੇ ਬਹੁਤ ਘੱਟ ਖੇਡੇ ਜਾਂਦੇ ਆ, ਜਿਵੇਂ ਮਿੱਤਰ ਪਿਆਰਾ ਨਾਟਕ ਹੈ, ਮੋਇਆ ਸਾਰਨਾ ਕਾਈ। ਠੀਕ ਹੈ, ਇਹ ਸੰਤ ਸਿੰਘ ਸੇਖੋਂ ਦੇ ਹੈ। ਤੇ ਆਪਾਂ ਜਦੋਂ ਕਦੇ ਨਾਟਕ ਬਾਰੇ ਆਪਾਂ ਚਰਚਾ ਕਰਾਂਗੇ ਉਸ ਸਮੇਂ ਆਪਾਂ ਹਰਚਰਨ ਸਿੰਘ ਨੂੰ ਪੜ੍ਹਾਂਗੇ। ਹਰਚਰਨ ਸਿੰਘ ਜਿਹੜਾ ਹੈ ਹਰਚਰਨ ਸਿੰਘ ਜਿਹੜਾ ਨਾਟਕਕਾਰ ਹੈ, ਇਹ ਈਸ਼ਵਰ ਚੰਦਰ ਨੰਦਾ ਦਾ ਜਾਣਸ਼ੀਨ ਜਾਂ ਆਪਾਂ ਕਹਿ ਦਈਏ ਉੱਤਰਾਧਿਕਾਰੀ ਹੈ। ਠੀਕ ਹੈ, ਜਿਵੇਂ ਰੱਤਾ ਸਾਲੂ, ਅਣਜੋੜ, ਦੋਸ਼ ਇਹਦੇ ਜਿਹੜੇ ਨਾਟਕ ਹੈ। ਤੇ ਕੱਲ ਅੱਜ ਤੇ ਭਲਕ ਵੀ ਨਾਟਕ ਇਹਦਾ ਹਰਚਰਨ ਸਿੰਘ ਦਾ ਹੈ। ਤੇ ਉਸ ਤੋਂ ਉਪਰੰਤ ਹਰਸ਼ਰਨ ਸਿੰਘ, ਗੁਰਸ਼ਰਨ ਭਾਜੀ ਤੇ ਇਹਨਾਂ ਬਾਰੇ ਵੀ ਆਪਾਂ ਪੜ੍ਹਾਂਗੇ। ਫਿਰ ਆਪਣੇ ਆਤਮਜੀਤ ਤੇ ਚਰਨਦਾਸ ਸਿੰਧੂ ਤੇ ਆਤਮਜੀਤ ਦੇ ਜਿਹੜੇ ਇਹ ਵੀ ਬਹੁਤ ਵਾਰੀ ਪੁੱਛੇ ਜਾਂਦੇ ਪ੍ਰੀਖਿਆ ਦੇ ਵਿੱਚ। ਕੈਮਲੂਪਸ ਦੀਆਂ ਮੱਛੀਆਂ ਇਹ ਵੀ ਪੁੱਛਿਆ ਗਿਆ ਹੈ 2011 ਦੀ 13 ਦੀ ਭਰਤੀ ਵਿੱਚ ਇਹ ਪੁੱਛਿਆ ਗਿਆ ਹੈ। ਕੈਮਲੂਪਸ ਦੀਆਂ ਮੱਛੀਆਂ ਕਿਸ ਦਾ ਨਾਟਕ ਹੈ। ਤੇ 2017 ਦੀ ਭਰਤੀ ਵਿੱਚ ਪੁੱਛਿਆ ਗਿਆ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਜਿਹੜਾ ਨਾਟਕ ਹੈ ਆਤਮਜੀਤ ਦਾ, ਇਹ ਕਿਹਦੀ ਕਹਾਣੀ ਦੇ ਆਧਾਰਿਤ ਹੈ? ਇਹ ਸਾਦਤ ਹਸਨ ਮੰਟੋ ਦੀ ਕਹਾਣੀ ਹੈ ਨਾ, ਟੋਬਾ ਟੇਕ ਸਿੰਘ, ਉਹਦੇ ਆਧਾਰਿਤ ਹੈ। ਤੇ ਆਪਣੇ ਅਜਮੇਰ ਸਿੰਘ ਔਲਖ ਸੱਤ ਬਗਾਨੇ, ਬਗਾਨੇ ਬੋੜ ਦੀ ਛਾਂ, ਇਹਨੂੰ ਵੀ ਪੜ੍ਹਾਂਗੇ ਆਪਾਂ। ਤੇ ਇਹ ਸਾਰੇ ਜਿਹੜੇ ਨਾਟਕਕਾਰ ਹੈ, ਜਦੋਂ ਆਪਾਂ ਨਾਟਕ ਦੇ ਬਾਰੇ ਕੋਈ ਕਲਾਸ ਬਣਾਵਾਂਗੇ ਉਦੋਂ ਪੂਰੀ ਇਹਨਾਂ ਬਾਰੇ ਚਰਚਾ ਕਰਾਂਗੇ। ਤੇ ਇਹ ਜਮਾਤ ਜਿਹੜੇ 12ਵੀਂ ਦੇ ਬੱਚਿਆਂ ਵਾਸਤੇ ਜਿਹੜੀ ਨਾਟਕ ਦੇ ਤੱਤ ਸੀਗੇ ਉਹਨਾਂ ਦੀ ਕਿਤਾਬ ਦੇ ਵਿੱਚੋਂ ਥੋੜ੍ਹੇ ਜਿਹੜੇ ਘੱਟ ਕਰਕੇ ਬਹੁਤ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈ। ਤੇ ਪ੍ਰੀਖਿਆ ਦੇ ਵਿੱਚ ਆਪਾਂ ਸਫਲ ਹੋਣਾ ਹੈ। ਤੇ ਤਦ ਤੱਕ ਲਈ ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ।